Hello everyone, welcome to Victor's Knowledge. This is Chinu Sharma, and today I am back with another part 2 from our already ongoing important series on current affair as well as GK revision. So ਜੋ ਵੀ current affair ਦੇ ਵਿੱਚੋਂ static question ਬਣਦੇ ਨੇ ਉਹਨਾਂ ਦੀ ਫਾਰਮ ਦੇ ਜੋ ਵੀ important exam ਦੇ ਲਈ topics ਨੇ ਉਹ ਆਪਾਂ ਸਾਰੇ ਤਿਆਰ ਕਰਾਂਗੇ ਜਿਵੇਂ important schemes ਨੇ ਜਾਂ ਉਹਨਾਂ ਦੇ aims ਨੇ ਸੋ ਕਈ ਵਾਰ ਕੀ ਹੁੰਦਾ current issues ਦੇ ਵਿੱਚੋਂ ਡਾਇਰੈਕਟਲੀ ਤੁਹਾਨੂੰ ਉੱਥੇ ਕੁਐਸਚਨ ਨਹੀਂ ਆਉਂਦਾ ਇਨਡਾਇਰੈਕਟਲੀ ਜੋ ਗੱਲ ਹੋਈ ਹੁੰਦੀ ਹੈ ਕਿਸੇ ਨਿਊਜ਼ ਦੇ ਵਿੱਚ ਉਹਦੇ ਉੱਤੇ ਕੁਐਸਚਨ ਬਣ ਕੇ ਆਉਂਦਾ ਸੋ ਮੈਂ ਜਿਹੜੇ ਇਹ ਕੁਐਸਚਨਸ ਨੇ ਇਹ ਬਹੁਤ ਹੀ ਜ਼ਿਆਦਾ ਡੀਪਲੀ ਕਰੰਟ ਅਫੇਅਰਸ ਦਾ ਐਨਾਲਿਸਿਸ ਕਰਕੇ ਤਿਆਰ ਕੀਤੇ ਨੇ ਸੋ ਇਹ ਸਾਰੇ ਹੀ ਤੁਹਾਡੇ ਆਉਣ ਵਾਲੇ ਐਗਜ਼ਾਮਸ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਪਾਰਟਸ ਨੇ Also, if you are new to my channel, please do subscribe to it. So now starting with our today's question, ਪਹਿਲਾ question ਹੈ ਇਹਨਾਂ ਚਾਰ ਮੈਂਸ਼ਨਡ ਕੰਟਰੀਜ਼ ਦੇ ਵਿੱਚੋਂ ਚਾਰ ਆਪਸ਼ਨਸ ਦੇ ਵਿੱਚੋਂ ਕੁਆਡ ਗਰੁੱਪ ਹੈ ਜਿਹੜਾ ਉਹਦੀ ਮੈਂਬਰ ਕੰਟਰੀ ਜਿਹੜੀ ਨਹੀਂ ਹੈ we have to tell that which one of the following is not a member of the quad group of nation so quad ਬਾਰ-ਬਾਰ ਨਿਊਜ਼ ਦੇ ਵਿੱਚ ਚੱਲਦਾ ਰਹਿੰਦਾ ਤੇ ਇਹਦੇ ਅੰਦਰ ਕਿਹੜੇ ਇੰਪੋਰਟੈਂਟ ਚਾਰ ਨੇਸ਼ਨਸ ਨੇ ਇਹ ਤੁਹਾਨੂੰ ਪਤਾ ਹੋਣੇ ਚਾਹੀਦੇ ਆ ਪਰ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ 1 ਫਰਾਂਸ ਜੋ ਮੈਂਬਰ ਨੇਸ਼ਨ ਨਹੀਂ ਹੈ So member nation है USA, Australia, Japan. And fourth one is very important India. ਇੱਕ ਹੋਰ important question ਤੁਸੀਂ ਇਹਦੇ ਵਿੱਚੋਂ ਤਿਆਰ ਕਰਨਾ ਹੈ quad ਦੀ full form ਕੀ ਹੈ ਸੋ ਇਹਦੀ full form ਹੈ quadrilateral security dialogue. ਸੋ ਤੁਹਾਨੂੰ ਇਹ full form ਵੀ ਪੁੱਛੀ ਜਾ ਸਕਦੀ ਹੈ security dialogue. ਸੋ ਚਾਰ countries ਤੇ India ਇਹਦਾ ਇੱਕ ਮੈਂਬਰ ਹੈ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ Next is the first phase of exercise Malabar 2020 was conducted at. So ਜਿਹੜਾ ਪਹਿਲਾ phase ਸੀ Malabar exercise ਦਾ ਉਹ conduct ਕੀਤਾ ਗਿਆ ਸੀ option 3 ਵਿਸ਼ਾਖਾਪਟਨਮ. So ਜਿਹੜੀ quad group ਹੈ ਉਹਨਾਂ ਦੀਆਂ ਹੀ ਤਿੰਨ countries ਨੇ ਜਿਹੜੀਆਂ ਇਸ naval exercise Malabar ਦੀ permanent member ਨੇ ਸੋ ਉਹ ਨੇ USA, Japan, India. So ਇਹ ਵੀ ਤੁਸੀਂ ਯਾਦ ਰੱਖਣਾ ਹੈ ਕਿ exercise Malabar ਦੇ ਅੰਦਰ ਤਿੰਨ permanent member countries ਕਿਹੜੀਆਂ ਨੇ next is very important question ਆਪਣੇ ਕੋਲ ਤਿੰਨ options ਦਿੱਤੀਆਂ ਨੇ and we have to tell ਕਿ ਇਹਨਾਂ ਤਿੰਨਾਂ ਦੇ ਵਿੱਚੋਂ social security scheme ਕਿਹੜੀ ਹੈ ਸੋ ਜਿਹੜੀ ਇੱਕ ਤਰ੍ਹਾਂ ਦੀ ਸਿਕਿਉਰਿਟੀ ਦੇ ਅੰਦਰ ਦਿੱਤੀ ਜਾਂਦੀ ਹੈ ਕਿਸੇ ਇੰਸ਼ੋਰੈਂਸ ਦੀ ਫਾਰਮ ਦੇ ਵਿੱਚ ਹੋਵੇ ਸੁਸਾਇਟੀ ਨੂੰ ਟਾਰਗੇਟ ਕਰਕੇ ਸੋ ਆਪਣੇ ਕੋਲ ਆਪਸ਼ਨਸ ਨੇ ਅਟਲ ਪੈਨਸ਼ਨ ਯੋਜਨਾ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਤੀਜੀ ਹੈ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਸੋ ਇਹ ਤਿੰਨੋਂ ਹੀ ਸੋਸ਼ਲ ਸਿਕਿਉਰਿਟੀ ਬੈਨੀਫਿਟਸ ਨੇ ਸਕੀਮ ਨੇ ਤੇ ਇਸ ਕੁਐਸਚਨ ਦਾ ਸਹੀ ਉੱਤਰ ਹੈ ਆਪਸ਼ਨ 3 1 2 and 3 Next is which of the following seaport gained significance for handling iron ore export to Japan ਇਹਨਾਂ ਦੇ ਵਿੱਚੋਂ ਕਿਹੜਾ ਪੋਰਟ ਹੈ ਸਮੁੰਦਰ ਦੇ ਕਿਨਾਰੇ ਜਿਹੜਾ ਸੀ ਪੋਰਟ ਹੈ ਜਿਹੜਾ ਮਸ਼ਹੂਰ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਵੀ ਹੈ ਆਇਰਨ ਓਰ ਦੀ ਐਕਸਪੋਰਟ ਕਰਨ ਦੇ ਲਈ ਤੇ ਇਹਦੀ ਐਕਸਪੋਰਟ ਕਿੱਥੇ ਹੁੰਦੀ ਹੈ ਜਾਪਾਨ ਸੋ ਇਹ ਜਿਹੜੀ ਸਿਗਨੀਫੀਕੈਂਸ ਹੈ ਇਹ ਮਿਲੀ ਹੈ ਮਾਰਮੁਗਾਓ ਪੋਰਟ ਨੂੰ ਆਪਸ਼ਨ 4 ਨੈਕਸਟ ਇਸ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਸਕੀਮ ਨੂੰ ਲੈ ਕੇ ਪ੍ਰੋਗਰਾਮ ਨੂੰ ਲੈ ਕੇ ਇਹਨਾਂ ਤਿੰਨਾਂ ਦੇ ਵਿੱਚੋਂ ਕਿਹੜੀ ਸਟੇਟਮੈਂਟ ਸਹੀ ਹੈ ਜਿਹੜੀ ਪਹਿਲੀ ਸਟੇਟਮੈਂਟ ਹੈ ਉਹ ਕਹਿ ਰਹੀ ਹੈ ਇਟ ਇਜ਼ ਅ ਪਾਰਟ ਆਫ ਗਵਰਨਮੈਂਟ ਆਫ ਇੰਡੀਆਜ਼ poverty reduction strategy. Second statement, it is centrally sponsored scheme for rural development. Third, it provide connectivity in rural area. So ਜਿਹੜੀਆਂ statement ਬਿਲਕੁਲ ਸਹੀ ਨੇ ਇਸ ਯੋਜਨਾ ਨੂੰ ਲੈ ਕੇ that are second and third. So right answer here is option 3. So first statement ਉਰੇ ਗਲਤ ਹੈ ਕਿਉਂਕਿ ਇਸ ਸਕੀਮ ਦਾ ਮੇਨ ਮਕਸਦ ਹੈ all weather road connectivity. So ਜਿਹੜੇ ਪਿੰਡਾਂ ਦੇ ਵਿੱਚ road connectivity ਨਹੀਂ ਹੈ ਤੇ ਹਰ ਮੌਸਮ ਵਿੱਚ ਚੱਲਣ ਵਾਲੀ ਸੜਕ ਪ੍ਰੋਵਾਈਡ ਕਰਨੀ ਇਸ ਤਰ੍ਹਾਂ ਦਾ ਰੋਡ ਕਨੈਕਟੀਵਿਟੀ ਪ੍ਰੋਵਾਈਡ ਕਰਨੀ ਇਸ ਸਕੀਮ ਦਾ ਮੇਨ ਮਕਸਦ ਹੈ Which of the following statement about DDU GKY is not correct? ਸਭ ਤੋਂ ਪਹਿਲਾਂ ਤਾਂ ਤੁਹਾਨੂੰ DDU GKY ਦੀ ਫੁੱਲ ਫਾਰਮ ਪਤਾ ਹੋਣੀ ਚਾਹੀਦੀ ਹੈ ਸੋ ਇਹਦੀ ਫੁੱਲ ਫਾਰਮ ਹੈ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲਿਆ ਯੋਜਨਾ ਤੇ ਇਸ ਸਕੀਮ ਨੂੰ ਲੈ ਕੇ ਜਿਹੜੀ ਸਟੇਟਮੈਂਟ ਗਲਤ ਹੈ ਉਹ ਹੈ ਆਪਸ਼ਨ 4
It rely entirely on skill training by government agency. So A statement गलत है, बाकी तीनों पहलिया statement बिल्कुल सही नहीं। नेक्स्ट है मिशन इंद्रधनुष एम्स एट। इंद्रधनुष मिशन बार-बार न्यूज़ ਵਿੱਚ ਰਹਿ ਰਿਹਾ ਹੈ ਤੇ ਇਹਦਾ ਮੇਨ ਮਕਸਦ ਹੈ ਬੱਚਿਆਂ ਨੂੰ ਪੂਰੀ ਤਰ੍ਹਾਂ ਇਮਿਊਨਾਈਜੇਸ਼ਨ ਦੇਣੀ, ਫੁੱਲ ਇਮਿਊਨਾਈਜੇਸ਼ਨ ਟੀਕਾਕਰਨ ਆਫ ਚਿਲड्रन। नेक्स्ट सौभाग्य स्कीम। सौभाग्य स्कीम ਦਾ ਮੇਨ ਮਕਸਦ ਕੀ ਹੈ, ਗੋਲ ਕੀ ਹੈ? ਸੋ ਇਹਦਾ ਮੇਨ ਮਕਸਦ ਹੈ ਹਰ ਘਰ ਨੂੰ ਬਿਜਲੀ ਦੇਣੀ, यूनिवर्सल हाउसहोल्ड इलैक्ट्रिफिकेशन ऑप्शन 2। ਤੇ ਇਹ ਮੈਂ ਤੁਹਾਨੂੰ ਸਕੀਮਸ ਕਰੰਟ ਇਸ਼ੂਜ਼ ਅੰਦਰ ਇਸ ਲਈ ਕਰਵਾ ਰਹੀ ਹਾਂ ਕਿਉਂਕਿ ਹਰ ਸਾਲ ਟਾਈਮ ਟੂ ਟਾਈਮ ਬਾਰ-ਬਾਰ ਜਦੋਂ ਫੰਡਸ ਐਲੋਕੇਟ ਕੀਤੇ ਜਾਂਦੇ ਨੇ ਤਾਂ ਇਹ ਸਕੀਮਸ ਨਿਊਜ਼ ਦੇ ਵਿੱਚ ਆਉਂਦੀਆਂ ਨੇ। ਸੋ ਇਹ ਤੁਹਾਨੂੰ ਕਰੰਟ ਇਸ਼ੂਜ਼ ਦੇ ਅੰਦਰ ਸਟੈਟਿਕ ਕੁਐਸਚਨ ਬਣ ਕੇ ਇਸੇ ਤਰ੍ਹਾਂ ਪੁੱਛਿਆ ਜਾ ਸਕਦੀਆਂ ਨੇ। ਨਿਧੀ ਇਜ਼ ਐਨ ਅੰਬ੍ਰੇਲਾ ਸਕੀਮ ਫॉर द ਪ੍ਰੋਮੋਸ਼ਨ ਆਫ। ਸੋ ਨਿਧੀ ਸਕੀਮ ਦੇ ਅੰਦਰ ਪ੍ਰਮੋਟ ਕੀਤੇ ਜਾਂਦੇ ਨੇ ਯੰਗ ਤੇ ਐਸਪਾਇਰਿੰਗ ਕ੍ਰੀਏਟਿਵ ਇਨੋਵੇਟਰਸ। ਸੋ ਨਿਧੀ ਦੀ ਤੁਹਾਨੂੰ ਫੁੱਲ ਫਾਰਮ ਐਗਜ਼ਾਮ ਵਿੱਚ ਪੁੱਛੀ ਜਾ ਸਕਦੀ ਹੈ ਵਿਚ ਇਜ਼ ਵੈਰੀ ਇੰਪੋਰਟੈਂਟ। ਨੈਸ਼ਨਲ ਇਨੀਸ਼ੀਏਟਿਵ ਫॉर ਡਿਵੈਲਪਮੈਂਟ ਐਂਡ ਹਾਰਨੈਸਿੰਗ innovations. Next is recently a dedicated project for conservation of Asiatic lion was launched. So Asiatic lion ਦੀ conservation ਦੇ ਲਈ ਇੱਕ recently project launch ਕੀਤਾ ਗਿਆ ਸੀ। ਸੋ Asiatic lion ਬਾਰੇ ਦੋ ਸਟੇਟਮੈਂਟ ਨੇ, ਆਪਾਂ ਨੇ ਦੱਸਣਾ ਹੈ ਕਿ ਕਿਹੜੀ ਸਟੇਟਮੈਂਟ ਸਹੀ ਹੈ। ਸੋ there are sorry 3 statements। ਪਹਿਲੀ ਸਟੇਟਮੈਂਟ ਕਹਿ ਰਹੀ ਹੈ ਵੀ ਜਿਹੜੀ Asiatic lion ਹੈ एक मेन गिर लैंडस्केप है ਜਿਹੜਾ ਗੁਜਰਾਤ ਦਾ, ਉਹਦੇ ਵਿੱਚ ਹੀ ਐਂਡੈਮਿਕ ਹੈ, ਮਤਲਬ ਮੇਨਲੀ ਸਿਰਫ ਉੱਥੇ ਹੀ ਇਹ ਪਾਇਆ ਜਾਂਦਾ ਹੈ। is one of the 21 critically endangered species। ਨੈਕਸਟ ਸਟੇਟਮੈਂਟ ਕਹਿ ਰਹੀ ਹੈ ਕਿ ਜੇ ਆਪਾਂ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972 ਦੀ ਗੱਲ ਕਰੀਏ ਤਾਂ ਉਹਦਾ ਜਿਹੜਾ ਸ਼ਡਿਊਲ 1 ਹੈ ਉਹਦੀ ਲਿਸਟ ਵਿੱਚ ਵੀ ਏਸ਼ੀਆਟਿਕ ਲਾਇਨ ਦਾ ਨਾਮ ਆਉਂਦਾ। ਤੀਜੀ ਸਟੇਟਮੈਂਟ ਜਿਹੜਾ ਇਹ ਪ੍ਰੋਜੈਕਟ ਲਾਂਚ ਕੀਤਾ ਗਿਆ ਫॉर द conservation of Asiatic lion has species conservation over a large landscape approach। सो ये तीनों स्टेटमेंट बिल्कुल सही ने ते इस क्वेश्चन का राइट आंसर है नंबर 4। ਤੇ ਸਪੈਸ਼ਲੀ ਜਿਹੜੇ ਸਟੂਡੈਂਟ ਪੀਪੀਐਸਸੀ ਨਾਇਬ ਤਹਿਸੀਲਦਾਰ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਉਹ ਇਸ ਤਰ੍ਹਾਂ ਦੇ ਕੁਐਸਚਨ ਜ਼ਰੂਰ ਤਿਆਰ ਕਰਕੇ ਜਾਣ ਰਿਲੇਟਡ ਟੂ ਵਾਈਲਡ ਲਾਈਫ, ਨੈਸ਼ਨਲ ਪਾਰਕ। ਆਲਸੋ ਜੇ ਕੋਈ ਵੀ ਕਰੰਟ ਅਫੇਅਰ ਦੇ ਵਿੱਚ ਕ੍ਰਿਟੀਕਲੀ ਐਂਡੇਂਜਰਡ ਸਪੀਸੀਜ਼ ਆਉਂਦੀ ਹੈ, ਵਲਨਰੇਬਲ ਸਪੀਸੀਜ਼ ਦਾ ਨਾਮ ਆਉਂਦਾ ਹੈ, ਤਾਂ ਤੁਸੀਂ ਇਹ ਸਾਰੀਆਂ ਚੀਜ਼ਾਂ ਉੱਤੇ ਜ਼ਰੂਰ ਫੋਕਸ ਕਰਨਾ ਹੈ। With reference to marine plastic pollution, consider the following statements। ਸੋ ਤਿੰਨ ਸਟੇਟਮੈਂਟ ਨੇ ਜਿਹੜੀਆਂ ਮੈਰੀਨ ਪਲਾਸਟਿਕ ਪੋਲਿਊਸ਼ਨ ਬਾਰੇ ਗੱਲ ਕਰ ਰਹੀਆਂ ਨੇ। ਪਹਿਲੀ ਸਟੇਟਮੈਂਟ ਵਿੱਚ ਕਿਹਾ ਜਾ ਰਿਹਾ ਹੈ ਕਿ ਜੇ ਆਪਾਂ ਸੋਰਸ ਆਫ ਮੈਰੀਨ ਲਿਟਰ ਦੀ ਗੱਲ ਕਰੀਏ ਤਾਂ ਇੰਡੀਆ 12th ਲਾਰਜੈਸਟ ਸੋਰਸ ਹੈ ਜਿਹਦੇ ਕਰਕੇ ਮੈਰੀਨ ਪਲਾਸਟਿਕ ਪੋਲਿਊਸ਼ਨ ਹੁੰਦਾ ਹੈ। ਦੂਜਾ 2025 ਤੱਕ ਇਹ ਮੰਨਿਆ ਜਾ ਰਿਹਾ ਕਿ ਇੰਡੀਆ 5th ਲਾਰਜੈਸਟ ਬਣ ਜਾਊਗਾ। ਤੀਜਾ ਗੰਗਾ has been documented as one of the top 5 river dumping plastic into ocean। ਸੋ ਇਹ ਤਿੰਨੋਂ ਸਟੇਟਮੈਂਟ ਬਿਲਕੁਲ ਸਹੀ ਨੇ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ 4th। ਨੈਕਸਟ ਹੈ ਇਹ ਚਾਰ ਆਪਸ਼ਨਸ, ਇਹਨਾਂ ਦੇ ਵਿੱਚੋਂ ਫਾਰਮਲ ਇੰਟਰਨੈਸ਼ਨਲ ਤੇ ਰੀਜਨਲ ਆਰਗੇਨਾਈਜੇਸ਼ਨ ਜਿਹੜੀ ਕਿਸੇ ਫਾਰਮਲ ਅਗਰੀਮੈਂਟ ਵਗੈਰਾ ਦੇ ਅੰਡਰ ਨਹੀਂ ਬਣੀ ਹੋਈ ਉਹ ਕਿਹੜੀ ਹੈ? ਸੋ ਉਹ ਹੈ ਕੁਆਡ ਗਰੁੱਪ, ਜਿਹਦੇ ਬਾਰੇ ਮੈਂ ਤੁਹਾਨੂੰ ਸਟਾਰਟਿੰਗ ਵਿੱਚ ਦੱਸਿਆ ਸੀ ਕਿ ਇਹਦੇ ਅੰਦਰ 4 ਕੰਟਰੀਜ਼ ਆਉਂਦੀਆਂ ਨੇ, ਇੰਡੀਆ, ਜਾਪਾਨ, USA ਤੇ ਆਸਟ੍ਰੇਲੀਆ। ਬਾਕੀ ਏਸ਼ੀਅਨ ਹੋ ਗਿਆ, ਨਾਫਟਾ, OIC, ਇਹ ਤਿੰਨੋਂ ਹੀ ਰੀਜਨਲ ਤੇ ਫਾਰਮਲ ਇੰਟਰਨੈਸ਼ਨਲ ਰੈਕੋਗਨਾਈਜ਼ਡ ਆਰਗੇਨਾਈਜੇਸ਼ਨ ਨੇ। Moving further, next is very important current affair। ਇੰਡੀਆ ਦਾ 42nd ਰਾਮਸਰ ਸਾਈਟ ਕਿਹਨੂੰ ਡਿਕਲੇਅਰ ਕੀਤਾ ਗਿਆ ਹੈ? ਸੋ ਉਹ ਹੈ ਸੋਕਾਰ, ਆਪਸ਼ਨ 1 ਲਦਾਖ। ਸੋਕਾਰ ਕੀ ਹੈ? ਇੱਕ ਹਾਈਪਰ ਸੈਲਾਈਨ ਲੇਕ ਹੈ ਜਿਹੜੀ 1800 ਹੈਕਟੇਅਰ ਅਰਾਊਂਡ ਏਰੀਆ ਦੇ ਵਿੱਚ ਫੈਲੀ ਹੋਈ ਹੈ ਤੇ ਇਹ ਕਿੱਥੇ ਹੈ? ਦਿਸ ਇਜ਼ ਇਨ ਲਦਾਖ। ਲਦਾਖ ਦਾ ਜਿਹੜਾ ਚੈਂਗਥੈਂਗ ਰੀਜਨ ਹੈ ਉੱਥੇ ਲੋਕੇਟਡ ਹੈ। ਆਲਸੋ ਉਰੇ ਜਿਹੜੀ ਇੱਕ ਨੀਅਰ ਥ੍ਰੈਟਨਡ ਬਲੈਕ ਨੀਕਡ ਕ੍ਰੇਨ ਹੈ ਇੰਡੀਆ ਦੇ ਅੰਦਰ ਜਿਹੜੀ ਸਪੀਸੀਜ਼ ਪਾਈ ਜਾਂਦੀ ਹੈ, ਇਹਦੇ ਲਈ ਬਹੁਤ ਇੰਪੋਰਟੈਂਟ ਇਹ ਸੋਕਾਰ ਲੇਕ ਬਰੀਡਿੰਗ ਏਰੀਆ ਹੈ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ that it is one of the most important breeding areas of near threatened black necked crane। ਸੋ ਇਹ ਦੋ ਤਿੰਨ ਇੰਪੋਰਟੈਂਟ ਫੈਕਟ ਜਿਹੜੇ ਸੋਕਾਰ ਲੇਕ ਦੇ ਨਾਲ ਰਿਲੇਟਡ ਹੈ ਇਹ ਤੁਹਾਨੂੰ ਪਤਾ ਹੋਣੇ ਚਾਹੀਦੇ ਹਨ। ICGS ਵਜਰਾ
ਕਿਸ ਤਰੀਕ ਨੂੰ ਕਮਿਸ਼ਨ ਕੀਤਾ ਗਿਆ? So this was commissioned on 24th March 2021. Another important question. ਪ੍ਰੋਜੈਕਟ ਮੌਸਮ ਕਾਫੀ ਜ਼ਿਆਦਾ ਇਹ ਨਿਊਜ਼ ਦੇ ਵਿੱਚ ਰਿਹਾ ਸੀ। ਕਿਹੜੀ ਮਿਨਿਸਟਰੀ ਦਾ ਜਾਂ ਫਿਰ ਕਿਹੜੀ ਆਰਗੇਨਾਈਜੇਸ਼ਨ ਦਾ ਇਨੀਸ਼ੀਏਟਿਵ ਹੈ? ਸੋ ਪ੍ਰੋਜੈਕਟ ਮੌਸਮ ਇਨੀਸ਼ੀਏਟਿਵ ਹੈ Ministry of Culture, option 3. Which of the following railway have been declared as World Heritage Site by UNESCO? UNESCO ਦੇ ਦੁਆਰਾ World Heritage Site ਕਿਹਾ ਗਿਆ ਹੈ Darjeeling Himalayan Railway ਨੂੰ, Nilgiri Mountain Railway, third Kalka Shimla Railway. So 1, 2 and 3, option 1 is the right answer. ਗ੍ਰਾਮ ਉਜਾਲਾ ਪ੍ਰੋਗਰਾਮ ਜੋ 24 ਮਾਰਚ 2021 ਨੂੰ ਲਾਂਚ ਕੀਤਾ ਗਿਆ। ਸੋ ਕੁਐਸਚਨ ਹੈ ਕਿ ਕਿਹੜੇ ਸ਼ਹਿਰ ਵਿੱਚ ਲਾਂਚ ਕੀਤਾ ਗਿਆ? ਸੋ ਇਟ ਵਾਸ ਲਾਂਚਡ ਇਨ ਵਾਰਾਣਸੀ, ਆਪਸ਼ਨ 2 ਗ੍ਰਾਮ ਉਜਾਲਾ ਪ੍ਰੋਗਰਾਮ। ਨੈਕਸਟ 67th ਨੈਸ਼ਨਲ ਅਵਾਰਡਸ ਦੇ ਵਿੱਚ ਬੈਸਟ ਐਕਟਰ ਅਵਾਰਡ ਮਿਲਿਆ ਸੀ ਮਨੋਜ ਬਾਜਪਾਈ ਤੇ ਇਹਨਾਂ ਦੇ ਨਾਲ ਇੱਕ ਹੋਰ ਐਕਟਰ ਨੂੰ ਮਿਲਿਆ ਸੀ ਜੋ ਸਾਊਥ ਇੰਡੀਆ ਦੇ ਨੇ। ਸੋ ਉਹਨਾਂ ਦਾ ਨੇਮ ਕੀ ਹੈ? So right answer here is option 1 ਧਨੁਸ਼ ਤੇ ਇਹਨਾਂ ਨੂੰ ਅਸੁਰਨ ਤਮਿਲ ਦੇ ਲਈ ਅਵਾਰਡ ਮਿਲਿਆ ਸੀ। ਸੋ ਦੋ ਜਾਣਿਆਂ ਨੂੰ 67 ਨੈਸ਼ਨਲ ਅਵਾਰਡ ਮਿਲਿਆ ਸੀ ਫॉर ਬੈਸਟ ਐਕਟਰ, ਇੱਕ ਸੀ ਮਨੋਜ ਬਾਜਪਾਈ, ਦੂਜੇ ਸੀ ਧਨੁਸ਼। ਨੈਕਸਟ ਵਰਲਡ ਵਾਟਰ ਡੇ ਹਰ ਸਾਲ 22 ਮਾਰਚ ਨੂੰ ਸੈਲੀਬ੍ਰੇਟ ਕਰਦੇ ਆ। 2021 ਸਾਲ ਦੀ ਜੇ ਗੱਲ ਕਰੀਏ ਪਿਛਲੇ ਸਾਲ ਵਰਲਡ ਵਾਟਰ ਡੇ ਦਾ ਥੀਮ ਕੀ ਸੀ? ਵੈਰੀ ਇੰਪੋਰਟੈਂਟ। ਸੋ ਇਹਦਾ ਥੀਮ ਸੀ ਆਪਸ਼ਨ 1 ਵੈਲੂਇੰਗ ਵਾਟਰ। ਪੀਐਮ ਨਰਿੰਦਰ ਮੋਦੀ ਨੇ ਆਨਲਾਈਨ ਵਰਚੁਅਲੀ ਮੈਤਰੀ ਬ੍ਰਿਜ ਇਨੋਗ੍ਰੇਟ ਕੀਤਾ ਸੀ 10 ਮਾਰਚ 2021 ਨੂੰ। ਮੈਤਰੀ ਬ੍ਰਿਜ ਕਿਹੜੇ ਦੋ ਕੰਟਰੀਜ਼ ਨੂੰ ਕਨੈਕਟ ਕਰਦਾ ਹੈ? ਸੋ ਮੈਤਰੀ ਬ੍ਰਿਜ ਕਨੈਕਟ ਕਰਦਾ ਹੈ ਇੰਡੀਆ ਤੇ ਬੰਗਲਾਦੇਸ਼ ਨੂੰ, ਆਪਸ਼ਨ 3। Which country enacted a law to force digital giants such as Facebook, Google pay local publisher for news content? So ਇਹਦੇ ਲਈ ਜਿਹੜਾ law enact ਕੀਤਾ ਉਹ ਕੀਤਾ ਆਸਟ੍ਰੇਲੀਆ ਨੇ, ਆਪਸ਼ਨ 2। ਇੰਡੀਅਨ ਰੇਲਵੇ ਨੇ ਇੱਕ ਮੋਬਾਈਲ ਟ੍ਰੇਨ ਰੇਡੀਓ ਕਮਿਊਨੀਕੇਸ਼ਨ ਸਿਸਟਮ ਇੰਡੀਅਨ ਰੇਲਵੇਜ਼ ਦੇ ਵਿੱਚ ਇੰਟਰੋਡਿਊਸ ਕੀਤਾ ਹੈ। ਜਿਹੜਾ ਇਹ MTRC ਸਿਸਟਮ ਹੈ ਇਹਨੂੰ ਇੰਪਲੀਮੈਂਟ ਕਰਨ ਦਾ, ਲਾਗੂ ਕਰਨ ਦਾ ਮੇਨ ਏਮ ਕੀ ਹੈ? ਆਪਸ਼ਨ 1 ਕਹਿ ਰਹੀ ਹੈ ਸੋ ਦੈਟ ਜਿਹੜੇ ਲੋਕੋ ਪਾਇਲਟ ਹੈ, ਸਟੇਸ਼ਨ ਮਾਸਟਰ ਤੇ ਕੰਟਰੋਲਰ ਹੈ, ਇਹਨਾਂ ਸਾਰਿਆਂ ਦਾ ਆਪਸ ਦੇ ਵਿੱਚ ਇੱਕ ਡਾਇਰੈਕਟਲੀ ਵੌਇਸ ਕਮਿਊਨੀਕੇਸ਼ਨ ਦਾ ਲਿੰਕ ਐਸਟੈਬਲਿਸ਼ ਹੋਵੇ। ਦੂਜਾ ਟੂ ਯੂਜ਼ ਇਟ ਫॉर ਮਾਡਰਨ ਟ੍ਰੇਨ ਕੰਟਰੋਲ ਸਿਸਟਮ। ਸੋ ਇਹ ਦੋਨੋਂ ਏਮਸ ਆਬਜੈਕਟਿਵ ਬਿਲਕੁਲ ਸਹੀ ਨੇ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ 3 ਬੋਥ 1 and 2। As part of National Rail Plan Vision 2024, very important, has been launched for accelerated implementation of certain critical project by 2024। National Rail Plan launch ਕੀਤਾ ਗਿਆ, ਉਹਦੇ ਲਈ ਇੱਕ ਗਾਈਡਲਾਈਨ ਆਈ ਹੈ। ਇੱਕ ਪ੍ਰੋਜੈਕਟ ਮੇਨਲੀ ਡਿਸਾਈਡ ਕੀਤੇ ਗਏ ਨੇ, ਵਿਜ਼ਨ 2024 ਨਾਮ ਦਿੱਤਾ ਗਿਆ ਹੈ, ਜਿਹਦੇ ਅੰਦਰ ਇੰਡੀਅਨ ਰੇਲਵੇਜ਼ ਨੂੰ ਲੈ ਕੇ ਅਲੱਗ-ਅਲੱਗ ਪ੍ਰੋਜੈਕਟਸ ਦਾ ਇੱਕ ਟਾਰਗੇਟ ਰੱਖਿਆ ਗਿਆ ਹੈ ਜੋ ਸਾਲ 2024 ਤੱਕ ਪੂਰਾ ਕਰਨਾ ਹੈ। ਸੋ ਹੁਣ ਆਪਾਂ ਦੇਖ ਲੈਂਦੇ ਹਾਂ ਕਿ ਵਿਜ਼ਨ 2024 ਦੇ ਅੰਦਰ ਕੀ ਹੈ। ਸੋ ਇਹ ਪੰਜੋਂ ਹੀ ਜਿਹੜੀਆਂ ਸਟੇਟਮੈਂਟ ਹੈ ਇਸ ਕਰੈਕਟ ਹੈ, ਵਿਜ਼ਨ 2024 ਦਾ ਪਾਰਟ ਨੇ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ 1 ਆਲ। ਸੋ ਹੁਣ ਇੱਕ ਵਾਰੀ ਆਪਾਂ ਦੇਖ ਲੈਂਦੇ ਹਾਂ 2024 ਤੱਕ ਨੈਸ਼ਨਲ ਰੇਲ ਪਲਾਨ ਦੇ ਮੁਤਾਬਿਕ ਜਿੰਨੇ ਵੀ ਟ੍ਰੇਨ ਰੂਟ ਨੇ ਉਹਨਾਂ ਨੂੰ 100% ਇਲੈਕਟ੍ਰੀਫਾਈ ਕਰਨ ਦਾ ਮੇਨ ਏਮ ਰੱਖਿਆ ਹੈ। ਜਿਹੜੇ ਕੰਜੈਸਟਡ ਰੂਟਸ ਨੇ ਉਹਨਾਂ ਉੱਤੇ ਮਲਟੀ ਟਰੈਕਿੰਗ ਹੋਊਗੀ। 160 ਕਿਲੋਮੀਟਰ ਪਰ ਆਰ ਤੱਕ ਸਪੀਡ ਨੂੰ ਅਪਗ੍ਰੇਡ ਕੀਤਾ ਜਾਊਗਾ ਦਿੱਲੀ ਹਾਵੜਾ ਤੇ ਦਿੱਲੀ ਮੁੰਬਈ ਰੂਟਸ ਉੱਤੇ। 130 ਤੱਕ ਜਿੰਨੇ ਬਾਕੀ 골ਡਨ ਕੁਆਡਰੀਲੇਟਰ, 골ਡਨ ਡਾਇਗਨਲ ਰੂਟਸ ਨੇ ਉੱਥੇ ਸਪੀਡ ਨੂੰ ਅਪਗ੍ਰੇਡ ਕੀਤਾ ਜਾਊਗਾ। ਕਿਸੇ ਵੀ ਤਰ੍ਹਾਂ ਦੀ ਲੈਵਲ ਕ੍ਰਾਸਿੰਗ ਹੈ ਉਹਨੂੰ ਐਲੀਮੀਨੇਟ ਕੀਤਾ ਜਾਊਗਾ ਸਾਰੇ 골ਡਨ ਕੁਆਡਰੀਲੇਟਰ ਤੇ 골ਡਨ ਡਾਇਗਨਲ ਰੂਟਸ ਉੱਤੇ। ਸੋ ਇਹ 5 ਇੰਪੋਰਟੈਂਟ ਚੀਜ਼ਾਂ ਨੇ, ਇੰਪੋਰਟੈਂਟ ਸਟੈਪਸ ਨੇ, ਟਾਰਗੇਟ ਨੇ ਜਿਨ੍ਹਾਂ ਨੂੰ ਅਚੀਵ ਕਰਨਾ ਹੈ 2024 ਤੱਕ ਐਜ਼ ਪਰ ਨੈਸ਼ਨਲ ਰੇਲ ਪਲਾਨ। ਸੋ ਤੁਹਾਨੂੰ ਇਹ ਸਾਰੇ ਦੇ ਸਾਰੇ ਜਿਹੜੇ ਪੁਆਇੰਟਸ ਨੇ ਪਤਾ ਹੋਣੇ ਚਾਹੀਦੇ ਹਨ। ਨੈਕਸਟ ਹੈ ਡੈਡੀਕੇਟਡ ਫਰੇਟ ਕੋਰੀਡੋਰ ਆਫ ਇੰਡੀਅਨ ਰੇਲਵੇ ਹੈਜ਼ ਸਰਟਨ ਫੀਚਰ। ਜਿਹੜੇ ਡੈਡੀਕੇਟਡ ਫਰੇਟ ਕੋਰੀਡੋਰ ਹੁੰਦੇ ਨੇ ਉਹਨਾਂ ਦੇ ਅੰਦਰ ਕਿਹੜੇ ਫੀਚਰ ਹੁੰਦੇ ਨੇ? ਸੋ ਇਹ ਚਾਰੋਂ ਫੀਚਰ ਪਾਏ ਜਾਂਦੇ ਨੇ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ 4। ਸਭ ਤੋਂ ਪਹਿਲਾਂ ਤਾਂ ਜੋ ਵੀ ਡੈਡੀਕੇਟਡ ਫਰੇਟ ਕੋਰੀਡੋਰ ਹੋਊਗਾ ਉਹਦੇ ਉੱਤੇ ਮੈਕਸਿਮਮ ਜ਼ਿਆਦਾ ਤੋਂ ਜ਼ਿਆਦਾ ਪਰਮਿਸਿਬਲ ਸਪੀਡ ਹੁੰਦੀ ਹੈ 100 ਕਿਲੋਮੀਟਰ ਪਰ ਆਰ ਦੀ। ਲੌਂਗ ਹਾਲ ਹਾਇਰ ਟ੍ਰੇਲਿੰਗ ਲੋਡ ਅਪ ਟੂ 13,000 ਟਨ ਪਰ ਟ੍ਰੇਨ। ਉਸ ਤੋਂ ਬਾਅਦ ਡਬਲ ਸਟੈਕ ਟ੍ਰੇਨ ਔਨ WFC, WDFC
ਆਟੋਮੈਟਿਕ ਸਿਗਨਲਿੰਗ ਹੋਊਗੀ ਮੋਬਾਈਲ ਟ੍ਰੇਨ ਰੇਡੀਓ ਕਮਿਊਨੀਕੇਸ਼ਨ ਦੇ ਨਾਲ। As per the result of periodic labor force survey conducted by National Statistical Office during 2018-19, ਬੇਰੁਜ਼ਗਾਰੀ ਦਾ ਦਰ ਕਿੰਨਾ ਸੀ for person aged 15 years and above? ਸੋ ਇਸ ਸਰਵੇ ਦੇ ਮੁਤਾਬਿਕ 5.8% ਸੀ। very very important। ਹਰਿਤ ਹਰਮ ਇੱਕ ਪਲਾਂਟੇਸ਼ਨ ਡਰਾਈਵ ਹੈ, ਕਿਹੜੀ ਸਟੇਟ ਨੇ ਸਟਾਰਟ ਕੀਤੀ? ਸੋ ਇਹ ਸਟਾਰਟ ਕੀਤੀ ਤੇਲੰਗਾਨਾ, ਆਪਸ਼ਨ 2। Next is which of the following company is the title sponsor of IPL 2021? So Indian Premier League 2021 ਦੀ title sponsor ਹੈ Chinese mobile company Vivo। जनवरी 31, 2021 तक which of the following renewable sources of energy has the highest installed capacity in India? So सब तो ज़्यादा installed capacity है solar power ਦੀ, option 2। Supreme Court of India recently abolished flogging as a punishment in the country. This is seen as the latest in a series of measures to reform the orthodox government. So ਕਿਹੜੀ country ਨੇ flogging punishment ਨੂੰ ਖਤਮ ਕੀਤਾ ਹੈ, abolish ਕੀਤਾ ਹੈ? ਸੋ ਉਹ ਕੀਤਾ ਹੈ ਸਾਊਦੀ ਅਰੇਬੀਆ, option 3। very very important। ਤੇ ਅੱਜ ਦੇ ਇਸ important current affair part 2 series ਦਾ last question ਹੈ, ਇੰਡੀਆ ਦੇ ਅੰਦਰ ਕਿਹੜੀ ਸਿਟੀ ਹੈ ਜਿਹਨੇ ਇੱਕ ਚਾਈਲਡ ਫ੍ਰੈਂਡਲੀ ਪੁਲਿਸ ਸਟੇਸ਼ਨ ਸੈਟਅਪ ਕੀਤਾ ਹੈ as per the guidelines provided by NCPCR, National Commissioner for Protection of Child Right? ਸੋ ਇਹ ਪੁਲਿਸ ਸਟੇਸ਼ਨ ਚਾਈਲਡ ਫ੍ਰੈਂਡਲੀ ਸੈਟਅਪ ਕੀਤਾ ਗਿਆ ਪੁਣੇ ਵਿੱਚ, option 3। So this was all about. Please do like, share and comment. Thank you and good luck.